गुरु रूप गुरु प्यारी साध संगत जीओ, गज के बुलाई फतेह प्रवान करनी जी। वाहिगुरु जी का खालसा, वाहिगुरु जी की फतेह। साध संगत जी, अज आपां एक साहूकार दी साखी सरवण करांगे। एक सेठ सहारनपुर विच रह के शाहूकारे दा काम करदा हुंदा सी। उसदे दो लड़के सन। समय अनुसार दोहां दे विआह कर दिते। एक दिन अपनी उमरां नूं भोग के वो शाहूकार दी इस्त्री मर गई। उसका गम उसनूं खा गया अते उंज भी समय अनुसार वह बुढ़ा हो गया। गुरबाणी विच एक शब्द है, सत्तर का मत हीन असीहा का विहार न पावे, नवे का सेजा सणी मूल न जाने आप बल। ਦੇ ਅਨੁਸਾਰ ਉਹ ਮੰਜੇ ਤੇ ਹੀ ਪਿਆ ਰਹਿੰਦਾ ਸੀ ਤੇ ਬਲਗਮ ਸੁੱਟਦਾ ਰਹਿੰਦਾ ਸੀ। ਨੂੰਹਾਂ ਦੇਖ ਕੇ ਬਹੁਤ ਗਿਲਾਣੀਆਂ ਕਰਦੀਆਂ ਸਨ, ਕਿਉਂਕਿ ਸ਼ੂਮ ਬੜਾ ਸੀ, ਕਿਸੇ ਨੂੰ ਖਾਣ ਪੀਣ ਵਾਸਤੇ ਮਾਇਆ ਦਿੰਦਾ ਨਹੀਂ ਸੀ। ਇਸ ਕਰਕੇ ਨੂੰਹਾਂ ਨੇ ਆਪਣੇ ਪਤੀਆਂ ਨੂੰ ਕਿਹਾ, ਤੁਸੀਂ ਆਪਣੇ ਪਿਤਾ ਨੂੰ ਹਰਿਦੁਆਰ ਲੈ ਜਾਓ, ਉੱਥੇ ਜਾ ਕੇ ਦਾਨ ਪੁੰਨ ਅਤੇ ਗੰਗਾ ਇਸ਼ਨਾਨ ਕਰੇਗਾ, ਕੁਝ ਸਤਸੰਗ ਕਰੇਗਾ, ਜਿਸ ਕਰਕੇ ਇਸ ਦੀ ਉਮਰ ਸਫਲ ਹੋ ਜਾਏਗੀ। ਦੋਹਾਂ ਲੜਕਿਆਂ ਨੇ ਪਿਤਾ ਨੂੰ ਹਰਿਦੁਆਰ ਜਾਣ ਵਾਸਤੇ ਕਿਹਾ, ਪਰ ਉਹਨੇ ਮਨਾ ਕਰਤਾ। ਉਹ ਮੰਨਿਆ ਹੀ ਨਹੀਂ। ਫਿਰ ਸੰਬੰਧੀਆਂ ਨੂੰ ਬੁਲਵਾ ਕੇ ਉਹਨਾਂ ਪਾਸੋਂ ਵੀ ਕਹਾਇਆ ਕਿ ਆਪ ਜੀ ਦਾ ਪਿਛਲਾ ਸਮਾਂ ਹੈ, ਆਪ ਸਾਰੇ ਸੰਕਲਪ ਛੱਡ ਕੇ ਹਰਿਦੁਆਰ ਜਾ ਕੇ ਸਤਸੰਗ ਤੇ ਇਸ਼ਨਾਨ ਵਗੈਰਾ ਕਰੋ। ਆਪ ਜੀ ਦੇ ਪੁੱਤਰ ਲਾਇਕ ਹਨ, ਇਹ ਵਾਰੋ ਵਾਰੀ ਆਪ ਜੀ ਪਾਸ ਰਹਿ ਕੇ ਆਪ ਜੀ ਦੀ ਸੇਵਾ ਕਰਨਗੇ। ਪਰ ਉਹ ਨਾ ਮੰਨਿਆ। ਗੁੱਸੇ ਵਿੱਚ ਆ ਕੇ ਕਹਿੰਦਾ ਹੈ, ਅਜੇ ਤਾਂ ਜਿਉਂਦਾ ਹਾਂ, ਤੁਸੀਂ ਮੈਨੂੰ ਹੁਣੇ ਘਰ ਵਿੱਚੋਂ ਬਾਹਰ ਕੱਢਦੇ ਹੋ। ਮੈਂ ਗੰਗਾ ਤੇ ਬਿਲਕੁਲ ਨਹੀਂ ਜਾਵਾਂਗਾ। ਗੰਗਾ ਜੀ ਦਾ ਪਾਣੀ ਠੰਡਾ ਤੇ ਵਾਈ ਹੁੰਦਾ ਹੈ, ਇਸ ਲਈ ਨਾ ਮੈਂ ਗੰਗਾ ਜਲ ਪੀਵਾਂਗਾ, ਨਾ ਹੀ ਇਸ਼ਨਾਨ ਕਰਾਂਗਾ। ਉੱਥੋਂ ਦੇ ਸਾਧੂ ਤੇ ਬ੍ਰਾਹਮਣ ਠੱਗ ਹੁੰਦੇ ਹਨ, ਉਹ ਤਾਂ ਮੈਨੂੰ ਖਾ ਜਾਣਗੇ। ਇਸ ਕਰਕੇ ਮੈਂ ਉਹਨਾਂ ਦਾ ਦਰਸ਼ਨ ਕਰਨਾ ਵੀ ਨਹੀਂ ਚਾਹੁੰਦਾ। ਹਰੀ ਨਾਹੀ ਨਹਿ ਡੰਡਰੀ ਪੱਕੀ ਵੱਟਣਹਾਰ, ਲੈ ਲੈ ਦਾਤ ਪਹੁਤਿਆ ਲਾਵੇ ਕਰ ਤਿਆਰ। ਜਾ ਹੁਆ ਹੁਕਮ ਕਿਰਸਾਨ ਦਾ ਤਾਂ ਲੂਣ ਮਿਲਿਆ ਖੇਤਾਰ। ਇਸ ਮਹਾਵਾਕ ਅਨੁਸਾਰ ਆਪਣੀ ਸਵਾਸ ਪੂਰੀ ਕਰਕੇ ਉਹ ਮਰ ਗਿਆ। ਉਸ ਦੇ ਮਰ ਜਾਣ ਤੇ ਸਾਰੇ ਸੰਬੰਧੀ ਇਕੱਠੇ ਹੋ ਗਏ। ਸਾਰਿਆਂ ਨੇ ਸਲਾਹ ਕਰਕੇ ਇਹ ਰਾਏ ਪਾਸ ਕੀਤੀ ਕਿ ਪਿਤਾ ਜੀ ਦਾ ਸੰਸਕਾਰ ਗੰਗਾ ਜੀ ਤੇ ਹੀ ਕਰੀਏ ਅਤੇ ਸਤਾਰੀਏ ਦਾ ਭੰਡਾਰਾ ਵਗੈਰਾ ਵੀ ਉੱਥੇ ਹੀ ਕਰਾਂਗੇ। ਇਸ ਤਰ੍ਹਾਂ ਦਾ ਵਿਚਾਰ ਕਰਕੇ ਬੜੀ ਸੋਹਣੀ ਪਾਲਕੀ ਸਜਾ ਕੇ ਉਸ ਵਿੱਚ ਪਿਤਾ ਜੀ ਦੀ ਦੇਹ ਰੱਖ ਕੇ ਹਰਿਦੁਆਰ ਵੱਲ ਚੱਲ ਪਏ। ਰਸਤੇ ਵਿੱਚ ਰਾਤ ਪੈ ਗਈ। ਇੱਕ ਧਰਮਸ਼ਾਲਾ ਵੇਖ ਕੇ ਸਾਰੇ ਉੱਥੇ ਹੀ ਰਹਿ ਗਏ। ਗਰਮੀ ਦਾ ਮੌਸਮ ਹੋਣ ਕਰਕੇ ਪਾਲਕੀ ਅੰਦਰ ਰੱਖ ਦਿੱਤੀ। ਬਾਕੀ ਦੇ ਸਾਰੇ ਸੰਬੰਧੀ ਬਾਹਰ ਆ ਕੇ ਲੰਮੇ ਪੈ ਗਏ ਤੇ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਕਿ ਪਿਤਾ ਜੀ ਨੂੰ ਗੰਗਾ ਤੇ ਰਹਿਣ ਲਈ ਬਹੁਤ ਕਿਹਾ ਸੀ, ਪਰ ਨਾ ਮੰਨੇ। ਗੰਗਾ ਮਈਆ ਨੂੰ ਗਾਲੀਆਂ ਦਿੰਦਾ ਸੀ। ਉਹ ਤਾਂ ਉਸ ਦੀਆਂ ਹੱਡੀਆਂ ਗੰਗਾ ਮਈਆ ਵਿੱਚ ਪ੍ਰਵਾਹ ਕਰਾਵਾਂਗੇ, ਜਿਸ ਕਰਕੇ ਇਸ ਦੀ ਗਤੀ ਹੋ ਜਾਵੇਗੀ। ਇਸੇ ਤਰ੍ਹਾਂ ਕਹਿੰਦੇ ਹੋਏ ਸੌਂ ਗਏ। ਅੰਦਰ ਇੱਕ ਕੋੜੀ ਰਹਿੰਦਾ ਸੀ। ਉਹ ਸਭ ਗੱਲਾਂ ਸੁਣਦਾ ਰਿਹਾ ਤੇ ਆਪਣੇ ਮਨ ਵਿੱਚ ਵਿਚਾਰਿਆ, ਇੱਥੇ ਤਾਂ ਮੈਨੂੰ ਕੋਈ ਪੁੱਛਦਾ ਹੀ ਨਹੀਂ। ਹਰਿਦੁਆਰ ਬੜੇ ਦਾਨੀ ਆਉਂਦੇ ਹਨ ਜੋ ਕਿ ਦਾਨ ਪੁੰਨ ਕਰਕੇ ਚਲੇ ਜਾਂਦੇ ਹਨ। ਉੱਥੇ ਮੇਰਾ ਨਿਰਵਾਹ ਚੰਗਾ ਹੋਵੇਗਾ, ਇਸ ਲਈ ਮੈਂ ਹਰਿਦੁਆਰ ਚਲਾ ਜਾਵਾਂ ਤਾਂ ਚੰਗਾ ਹੈ। ਇਹ ਗੱਲ ਵਿਚਾਰ ਕੇ ਮੁਰਦੇ ਨੂੰ ਆਪਣੇ ਆਸਣ ਤੇ ਰੱਖ ਦਿੱਤਾ ਤੇ ਆਪ ਮੁਰਦਾ ਬਣ ਕੇ ਉਸ ਪਾਲਕੀ ਵਿੱਚ ਸੌਂ ਗਿਆ। ਸਵੇਰ ਹੋਣ ਨਾਲ ਸਾਰੇ ਲੋਕ ਉੱਠ ਕੇ ਉਸ ਪਾਲਕੀ ਨੂੰ ਚੁੱਕ ਕੇ ਹਰਿਦੁਆਰ ਵੱਲ ਤੁਰ ਪਏ। ਜਿਸ ਵੇਲੇ ਹਰਿਦੁਆਰ ਪਹੁੰਚ ਗਏ, ਬ੍ਰਾਹਮਣ ਸਾਧੂ ਇਕੱਠੇ ਕਰਕੇ ਪਿਤਾ ਦਾ ਸੰਸਕਾਰ ਕਰਨ ਵਾਸਤੇ ਪਾਲਕੀ ਖੋਲ੍ਹਣ ਲੱਗੇ। ਤਿਸ ਵੇਲੇ ਕੋੜੀ ਨੇ ਅੰਗ ਹਿਲਾਈ। ਦੇਖ ਕੇ ਸਭ ਅਚਰਜ ਹੋ ਗਏ ਕਿ ਮੁਰਦਾ ਜ਼ਿੰਦਾ ਹੋ ਗਿਆ। ਜਦ ਕੱਪੜੇ ਲਾ ਕੇ ਵੇਖਿਆ ਤਾਂ ਪਾਲਕੀ ਵਿੱਚੋਂ ਕੋੜੀ ਨਿਕਲਿਆ। ਦੇਖ ਕੇ ਡਰ ਗਏ ਕਿ ਇਹ ਕੋੜੀ ਕਿੱਥੋਂ ਆ ਗਿਆ। ਜਦ ਉਸ ਤੋਂ ਪੁੱਛਿਆ ਤਾਂ ਉਸਨੇ ਸਾਰਾ ਹਾਲ ਸੁਣਾਇਆ ਕਿ ਤੁਹਾਡਾ ਪਿਤਾ ਉੱਥੇ ਹੀ ਹੈ। ਰਾਤ ਨੂੰ ਜਿਸ ਧਰਮਸ਼ਾਲਾ ਵਿੱਚ ਤੁਸੀਂ ਠਹਿਰੇ ਸੀ, ਮੈਂ ਉੱਥੇ ਭੁੱਖਾ ਰਹਿੰਦਾ ਸੀ। ਇਸ ਕਰਕੇ ਮੈਂ ਪਾਲਕੀ ਵਿੱਚ ਲੇਟ ਕੇ ਇੱਥੇ ਪਹੁੰਚ ਗਿਆ ਹਾਂ। ਇੱਥੇ ਮੰਗ ਕੇ ਰੱਜ ਕੇ ਖਾਵਾਂਗਾ। ਇਸ ਤਰ੍ਹਾਂ ਸੁਣ ਕੇ ਤਿਸ ਵੇਲੇ ਆਪਸ ਵਿੱਚ ਕਹਿਣ ਲੱਗੇ, ਸਾਡਾ ਪਿਤਾ ਜਿਉਂਦਿਆਂ ਗੰਗਾ ਤੇ ਨਹੀਂ ਆਇਆ, ਪਰ ਮਰ ਕੇ ਵੀ ਨਹੀਂ ਆਉਂਦਾ ਪਿਆ। ਬਾਕੀ ਦੇ ਆਦਮੀ ਉੱਥੇ ਰਹੇ। ਇੱਕ ਉਸ ਦਾ ਲੜਕਾ ਤੇ ਇੱਕ ਹੋਰ ਦੋਵੇਂ ਮਿਲ ਕੇ ਉਸ ਨੂੰ ਲੈਣ ਆਏ। ਆ ਕੇ ਵੇਖਿਆ ਕਿ ਮੁਰਦਾ ਉੱਥੇ ਪਿਆ ਹੈ। ਉਹ ਉਸ ਮੁਰਦੇ ਨੂੰ ਘਰ ਦੀ ਘੋੜੀ ਨਾਲ ਬੰਨ੍ਹ ਕੇ ਉੱਪਰ ਦੋਵੇਂ ਅਸਵਾਰ ਹੋ ਕੇ ਚੱਲ ਪਏ। ਮੁਰਦੇ ਦੇ ਹੋਣ ਕਰਕੇ ਘੋੜੀ ਐਸੀ ਡਰੀ ਜੋ ਹਟ ਕੇ ਫਿਰ ਸਹਾਰਨਪੁਰ ਹੀ ਆ ਗਈ। ਤਿਸ ਵੇਲੇ ਲੋਕ ਵੇਖ ਕੇ ਹੱਸਣ ਲੱਗ ਪਏ ਤੇ ਪੁੱਛਦੇ ਹਨ, ਇਹ ਕੀ ਹੋਇਆ? ਇਸ ਨੂੰ ਤਾਂ
ਪਾਲਕੀ ਵਿੱਚ ਲਿਟਾ ਕੇ ਹਰਿਦੁਆਰ ਲੈ ਗਏ ਸਨ, ਇੱਥੇ ਘੋੜੀ ਤੇ ਵਾਪਸ ਕਿਵੇਂ ਆ ਗਿਆ ਹੈ। ਉਹਨਾਂ ਨੇ ਸਾਰਾ ਹਾਲ ਸੁਣਾਇਆ। ਫਿਰ ਸਾਰਿਆਂ ਨੇ ਕਿਹਾ, ਜਿਹੜੇ ਹਰਿਦੁਆਰ ਸੰਬੰਧੀ ਬੈਠੇ ਹਨ ਉਹਨਾਂ ਸਾਰਿਆਂ ਨੂੰ ਬੁਲਾ ਕੇ ਇਸ ਦਾ ਸੰਸਕਾਰ ਇੱਥੇ ਹੀ ਕਰੋ। ਸਾਰਿਆਂ ਨੂੰ ਬੁਲਾ ਕੇ ਉਸ ਦਾ ਸੰਸਕਾਰ ਸਹਾਰਨਪੁਰ ਹੀ ਕੀਤਾ ਗਿਆ। ਚੌਥੇ ਦਿਨ ਉਸ ਦੀਆਂ ਹੱਡੀਆਂ ਚੁਣ ਕੇ ਆਪਣੇ ਪ੍ਰੋਤ ਨੂੰ ਬੁਲਾ ਕੇ ਕਿਹਾ, ਤੁਸੀਂ ਆਪ ਹੀ ਜਾ ਕੇ ਉਸ ਦੀਆਂ ਹੱਡੀਆਂ ਗੰਗਾ ਜੀ ਵਿੱਚ ਪਾ ਆਓ। ਸਭਨਾਂ ਨੇ ਆਪੋ ਆਪਣੀ ਮਰਜ਼ੀ ਨਾਲ ਪ੍ਰੋਹਤ ਨੂੰ, ਕਿਸੇ ਨੇ 2 ਰੁਪਏ, ਕਿਸੇ ਨੇ 5 ਰੁਪਏ ਤੇ ਕਿਸੇ ਨੇ 7 ਰੁਪਏ, ਕਿਸੇ ਨੇ 10 ਰੁਪਏ ਦਿੱਤੇ। ਇਸ ਤਰ੍ਹਾਂ 100 ਰੁਪਏ ਇਕੱਠਾ ਹੋ ਗਿਆ। ਜਿਸ ਵੇਲੇ ਪ੍ਰੋਹਤ ਹੱਡੀਆਂ ਲੈ ਕੇ ਸ਼ਹਿਰ ਤੋਂ ਬਾਹਰ ਆਇਆ ਤਾਂ ਮਨ ਵਿੱਚ ਵਿਚਾਰ ਆਈ, ਜੇਕਰ ਇਹ ਰੁਪਈਆ ਮੈਂ ਨਾਲ ਲਿਜਾਵਾਂਗਾ ਤਾਂ ਰਾਹ ਵਿੱਚ ਕੋਈ ਡਾਕੂ ਲੁੱਟ ਲਵੇਗਾ, ਇਸ ਲਈ ਘਰ ਰੱਖ ਆਵਾਂ ਤਾਂ ਚੰਗਾ ਹੈ। ਇਹ ਵਿਚਾਰ ਕੇ ਬਾਹਰ ਜੰਗਲ ਵਿੱਚ ਇੱਕ ਬ੍ਰਿਛ ਦੀ ਟਾਹਣੀ ਨਾਲ ਉਹ ਹੱਡੀਆਂ ਵਾਲੀ ਗੁੱਥੜੀ ਬੰਨ੍ਹ ਕੇ ਆਪ ਘਰ ਆ ਗਿਆ। ਪਿੱਛੋਂ ਇੱਕ ਭੰਗੀ ਲੱਕੜੀਆਂ ਲੈਣ ਵਾਸਤੇ ਉਸ ਜੰਗਲ ਵਿੱਚ ਪਹੁੰਚ ਕੇ ਉਸੇ ਬ੍ਰਿਛ ਤੇ ਚੜ੍ਹ ਗਿਆ। ਗੁੱਥੜੀ ਦੇਖ ਕੇ ਉਸ ਨੂੰ ਭਰਮ ਹੋ ਗਿਆ ਕਿ ਇਸ ਵਿੱਚ ਧਨ ਹੋਵੇਗਾ। ਇਹ ਵਿਚਾਰ ਕੇ ਗੁੱਥੜੀ ਲਾ ਕੇ ਹੇਠਾਂ ਉਤਰ ਆਇਆ। ਦੂਰ ਜੰਗਲ ਵਿੱਚ ਜਾ ਕੇ ਗੁੱਥੜੀ ਖੋਲ ਕੇ ਢੇਰੀ ਕੀਤੀ। ਹੱਡੀਆਂ ਤਾਂ ਇੱਧਰ ਉੱਧਰ ਸੁੱਟ ਦਿੱਤੀਆਂ। ਉਸ ਵਿੱਚੋਂ ਪੈਸੇ, ਰੁਪਏ, ਸੋਨਾ ਤੇ ਬਿਬਾਨ ਦੇ ਵੇੜ ਵਾਲਾ ਕੱਪੜਾ, ਇਹ ਚੀਜ਼ਾਂ ਲੈ ਕੇ ਉਹ ਘਰ ਚਲਾ ਗਿਆ। ਪਿੱਛੋਂ ਪ੍ਰੋਤ ਆ ਕੇ ਵੇਖਦਾ ਹੈ ਤਾਂ ਗੁੱਥੜੀ ਕੋਈ ਨਾ ਮਿਲੀ। ਬੜੀ ਤਲਾਸ਼ ਕੀਤੀ ਪਰ ਕੋਈ ਪਤਾ ਨਾ ਲੱਗਾ। ਫਿਰ ਹਰਿਦੁਆਰ ਜਾ ਕੇ ਉੱਥੋਂ ਝੂਠੀਆਂ ਚਿੱਠੀਆਂ ਲਿਖਵਾ ਕੇ ਉਹਨਾਂ ਦੇ ਘਰ ਆ ਕੇ ਦਿੱਤੀਆਂ ਤੇ ਕਿਹਾ, ਤੁਹਾਡੇ ਪਿਤਾ ਦੇ ਫੁੱਲ ਗੰਗਾ ਵਿੱਚ ਪ੍ਰਵਾਹ ਕਰਾਇਆ ਹਾਂ। ਇੰਨੇ ਵਿੱਚ ਹੀ ਉਹ ਨਿਸ਼ਚਿੰਤ ਹੋ ਗਏ ਕਿ ਸਾਡੇ ਪਿਤਾ ਦੀਆਂ ਹੱਡੀਆਂ ਗੰਗਾ ਵਿੱਚ ਪਹੁੰਚ ਗਈਆਂ ਹਨ। ਪਾਲਕੀ ਦੇ ਆਸੇ-ਪਾਸੇ ਜੋ ਵੇਗਣ ਵਾਲਾ ਖੀਨ ਖਾਬ ਦਾ ਕੱਪੜਾ ਗੁੱਥੀ ਵਿੱਚ ਭੰਗੀ ਨੂੰ ਮਿਲਿਆ ਸੀ, 6 ਮਹੀਨੇ ਤੋਂ ਬਾਅਦ ਉਸ ਦੀ ਕੁੜਤੀ ਸਿਵਾ ਕੇ ਉਸਨੇ ਆਪਣੇ ਗਲ ਪਹਿਨ ਲਈ ਤੇ ਸੇਠ ਦੇ ਘਰ ਸਫਾਈ ਕਰਨ ਲਈ ਆ ਗਿਆ। ਸਫਾਈ ਕਰ ਹੀ ਰਿਹਾ ਸੀ ਤਾਂ ਸੇਠ ਦੀ ਨੂੰਹ ਨੇ ਉਸ ਕੱਪੜੇ ਨੂੰ ਪਛਾਣ ਲਿਆ ਤੇ ਆਪਣੇ ਪਤੀ ਨੂੰ ਆ ਕੇ ਆਖਿਆ। ਉਸ ਨੇ ਉਸੇ ਵੇਲੇ ਭੰਗੀ ਨੂੰ ਤਾੜ ਕੇ ਪੁੱਛਿਆ ਤਾਂ ਭੰਗੀ ਨੇ ਸੱਚ-ਸੱਚ ਕਹਿ ਦਿੱਤਾ ਕਿ ਜੰਗਲ ਵਿੱਚ ਲੱਕੜਾਂ ਲੈਣ ਗਿਆ ਸੀ। ਉੱਥੇ ਬ੍ਰਿਛ ਨਾਲ ਇੱਕ ਗੁੱਥੀ ਟੰਗੀ ਹੋਈ ਸੀ। ਉਸ ਨੂੰ ਲਾ ਕੇ ਟੋਲਿਆ। ਹੱਡੀਆਂ ਤਾਂ ਦੂਰ-ਦੂਰ ਸੁੱਟ ਦਿੱਤੀਆਂ। ਵਿੱਚੋਂ ਰੁਪਏ, ਪੈਸਾ, ਸੋਨਾ ਵਗੈਰਾ ਕੱਢ ਕੇ ਮੈਂ ਵਰਤ ਲਿਆ ਹੈ ਤੇ ਉਸ ਕੱਪੜੇ ਦੀ ਕੁੜਤੀ ਬਣਾ ਕੇ ਪਹਿਨ ਲਈ ਹੈ। ਪੁੱਤਰ ਨੇ ਬਰਾਦਰੀ ਵਿੱਚੋਂ ਮੁਖੀ ਆਦਮੀ ਬੁਲਾ ਕੇ ਉਸ ਪ੍ਰੋਹਤ ਨੂੰ ਬੁਲਾ ਕੇ ਪੁੱਛਿਆ, ਜਿਹੜੀ ਤੂੰ ਚਿੱਠੀ ਹਰਿਦੁਆਰੋਂ ਲਿਖਵਾ ਕੇ ਲਿਆਂਦੀ ਹੈ, ਇਹ ਸੱਚੀ ਹੈ ਜਾਂ ਝੂਠੀ? ਸੱਚ ਕਹੋ, ਨਹੀਂ ਤਾਂ ਤੈਨੂੰ ਪ੍ਰੋਤ ਪਣੇ ਤੋਂ ਹਟਾ ਦਿੱਤਾ ਜਾਵੇਗਾ। ਇਹ ਗੱਲ ਸੁਣ ਕੇ ਪ੍ਰੋਤ ਡਰ ਗਿਆ ਤੇ ਇੱਕ ਜੁਗਤੀ ਦੀ ਗੱਲ ਕਹੀ ਕਿ ਤੁਹਾਡੇ ਪਿਓ ਜਿਉਂਦਿਆਂ ਹੋਇਆਂ ਸਾਰੀ ਉਮਰ ਗੰਗਾ ਤੇ ਨਹੀਂ ਗਿਆ, ਮਰ ਜਾਣ ਦੇ ਵੀ ਤੁਸੀਂ ਸਾਰੇ ਪਾਲਕੀ ਵਿੱਚ ਬਿਠਾ ਕੇ ਲੈ ਗਏ, ਫਿਰ ਵੀ ਉਹ ਨਾ ਗਿਆ, ਰਾਹ ਵਿੱਚ ਹੀ ਰਹਿ ਗਿਆ ਤੇ ਮੈਂ ਇਕੱਲੇ ਬੁੱਢੇ ਬ੍ਰਾਹਮਣ ਨਾਲ ਕਿਵੇਂ ਜਾ ਸਕਦਾ ਸੀ। ਇਹ ਗੱਲ ਸੁਣ ਕੇ ਸਭਨਾਂ ਨੇ ਵਿਚਾਰਿਆ, ਉਹ ਹਰੀ ਤੋਂ ਬੇਮੁਖ ਸੀ, ਹਰੀ ਨੂੰ ਭਾਇਆ ਨਹੀਂ, ਇਸ ਕਰਕੇ ਇਸ ਦੀ ਮੁਕਤੀ ਹੀ ਨਹੀਂ ਹੋਈ। ਭਾਵ ਪੱਥਰ ਵਾਂਗੂ ਭਾਰੇ ਪਾਪੀਆਂ ਨੂੰ, ਪੱਥਰ ਵਾਂਗੂ ਕਠੋਰ ਹਿਰਦੇ ਵਾਲਿਆਂ ਨੂੰ ਸੰਸਾਰ ਸਮੁੰਦਰ ਤੋਂ ਤਾਰ ਦਿੰਦਾ ਹੈ। ਸਾਧ ਸੰਗਤ ਜੀ, ਅੱਜ ਦੀ ਸੇਵਾ ਪ੍ਰਵਾਨ ਕਰਨੀ। ਅਗਲੀ ਸਾਖੀ ਅਗਲੇ ਭਾਗ 'ਚ ਲੈ ਕੇ ਹਾਜ਼ਰ ਹੋਵਾਂਗੇ। ਵੀਡੀਓ ਨੂੰ ਲਾਈਕ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਵੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।